माइंडसेट हमारा एक रॉन्गली तरह से सेट किया गया है सोसाइटी की तरफ से, ਜਿਹਦੇ ਕੌਨਸੀਕੁਐਂਸਸ ਅਸੀਂ ਅੱਜ ਦੇਖ ਰਹੇ ਹਾਂ। ਠੀਕ ਹੈ, ਜੇ ਸਾਨੂੰ ਇੰਨਾ ਮਟੀਰੀਅਲਿਸਟਿਕ ਨਾ ਬਣਾਇਆ ਹੁੰਦਾ, ਜ਼ਿੰਦਗੀ ਦੇ ਵਿੱਚ ਸਿਰਫ ਇਹੀ ਗੱਲ ਨਾ ਸਮਝਾਈ ਹੁੰਦੀ ਕਿ ਪੜ੍ਹਨਾ ਤੇ ਪੜ੍ਹਨ ਦਾ ਮਤਲਬ ਸਿਰਫ ਇੱਕੋ ਹੈ ਕਿ ਨੌਕਰੀ ਕਰਨੀ ਹੈ ਤੇ ਰੋਜ਼ਗਾਰ ਲਈ ਪੈਸੇ ਕਮਾਣਾ ਹੈ। ਠੀਕ ਹੈ, ਸਿਰਫ ਇੱਕੋ ਮਾਈਂਡਸੈਟ ਬੱਚਿਆਂ ਨੂੰ ਵੀ ਜੇ ਕਈ ਵਾਰ ਡਾਕਟਰ ਬਣ, ਇੰਜੀਨੀਅਰ ਬਣ ਜਾਂ ਉਹ ਵਾਲਾ ਪ੍ਰੋਫੈਸ਼ਨ ਨਾ ਲਓ ਜਿਹਦੇ 'ਚ ਪੈਸੇ ਘੱਟ ਹੈ, ਜਸਟ ਵਿਦ ਦ ਸਿੰਪਲ ਥਾਟ ਆਫ ਦਿਸ ਥਿੰਗ ਕਿ ਉਹੀ ਕੰਮ ਕਰਾਓ ਜਿਹਦੇ ਵਿੱਚ ਬੱਚਾ ਆਪਣੀ ਮਟੀਰੀਅਲਿਸਟਿਕਲੀ ਸਕਸੈਸਫੁਲ ਹੋ ਸਕੇ। ਬਟ ਇਹ ਗੱਲ ਹੁਣ ਆ ਕੇ ਉਹਨਾਂ ਨੂੰ ਸਮਝ ਆਈ ਹੈ ਇਸ ਗੱਲ ਦੀ ਕਿ ਜਿਹੜੇ ਲੋਕੀ ਮਟੀਰੀਅਲਿਸਟਿਕਲੀ ਸਕਸੈਸਫੁਲ ਹੋ ਜਾਂਦੇ ਨੇ, ultimately they fall into depression, they get restless, they fall into addictions of different kinds, may it be drugs, may it be alcohol. Why? Because ਸਾਨੂੰ ਲਾਈਫ ਸਕਿੱਲਸ ਸਿਖਾਈਆਂ ਹੀ ਨਹੀਂ ਗਈਆਂ। ਐਸੇ ਕਰਕੇ ਅਸੀਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਭਾਵੇਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਈਏ, ਜਿੰਨੀ ਮਰਜ਼ੀ ਉੱਚੀ ਕੁਰਸੀ ਤੇ ਬੈਠੀ ਹੋਈਏ, ਸਾਡੇ ਸਾਰਿਆਂ ਨੂੰ ਡਿਪਰੈਸ਼ਨ ਹੁੰਦਾ, ਸਾਡੇ ਸਾਰਿਆਂ ਨੂੰ ਰੈਸਟਲੈਸਨੈਸ ਹੁੰਦੀ ਹੈ। ਸਾਨੂੰ ਸਮਝ ਨਹੀਂ ਆਉਂਦਾ ਇਸ ਗੱਲ ਦਾ ਕਿ ਸਾਨੂੰ ਕੀ ਚਾਹੀਦਾ, ਇਹ ਗੱਲ ਦੀ ਸਮਝ ਹੀ ਨਹੀਂ ਆਉਂਦੀ। ਆਈ ਹੈਵ ਸੀਨ so powerful people crying in front of me. I have seen my friends crying just simply because they say we do not know what I want. I have got everything, but ਮੈਨੂੰ ਸਮਝ ਹੀ ਨਹੀਂ ਆਉਂਦੀ ਮੈਨੂੰ ਕੀ ਚਾਹੀਦਾ ਵੈ। ਮੈਨੂੰ ਆਪਣੇ ਆਪ ਦੇ ਵਿੱਚ ਇਨਕੰਪਲੀਟ ਜਾਂ ਰੈਸਟਲੈਸ ਆ ਗਿਆ ਜੋ ਇਹਦਾ ਬਰਾ। ਸੋ ਦਿਸ ਇਜ਼ ਅ ਟੌਪਿਕ ਵੀ ਵਿਲ ਟੇਕ ਸਮ ਅਦਰ ਡੇ, ਪਰ ਇਸ ਗੱਲ ਨੂੰ ਸਮਝੋ ਕਿ ਅਸੀਂ ਆਪਣੇ ਆਪ ਨੂੰ ਕੀ ਕਹਿਣਾ, ਵੀ ਆਰ ਸੋਲ ਇਨ ਅ ਬੋਡੀ, we are not bodies with a soul. Our main part is our soul, and for that soul परमात्मा ने सानू vehicle दिता है जिहदा नाम तन है, शरीर है। शरीर का भी ध्यान रखना है ते मन का भी ध्यान रखना है। बहुता ना सी 50-50% ते बैलेंस करो। जे 90% 10% नहीं कर सकते, तन दी नीड्स भी बहुत जरूरी है, पर एक मन की स्टेज वो भी अवस्था होंदी है जिथे कि बंदा पहुंच जाता, जिथे उन्होंने पता ही नहीं लगता कि तन भी एग्जिस्ट करता है कि नहीं करता, उसकी जरूरतां ते बहुत दूर की चीज़ है। जो बॉडी वो स्टेज भी आ जाती स्पिरिचुअली कि बॉडी एग्जिस्ट ही करनी बंद हो जाती है। ठीक है, तो सो दोज आर द डिफरेंट थिंग। सो वी डू नॉट गो फार अवे। ਉਹ ਇੱਕ ਬਿਲਕੁਲ ਸਪਿਰਿਚੁਅਲ ਲੈਸਨਸ ਹੁੰਦੇ ਨੇ ਬਿਲਕੁਲ, ਬਟ ਆਪਣੇ ਆਪ ਨੂੰ ਇੰਨਾ ਤੇ ਸਮਝੋ ਤੇ ਸਮਝਾਓ ਕਿ ਅਸੀਂ ਸੋਲਸ ਹਾਂ। ਜਿਹੜੇ ਬੱਚੇ ਤੁਹਾਡੇ ਕੱਲ ਅੱਗੋਂ ਨਵੀਆਂ ਜਨਰੇਸ਼ਨਸ ਆ ਰਹੀਆਂ, ਉਹਨਾਂ ਨੂੰ ਇਹ ਕਹੋ ਅਸੀਂ ਆਤਮਾਵਾਂ ਹਾਂ ਸਰੀਰਾਂ ਦੇ ਵਿੱਚ, ਨਾ ਕਿ ਅਸੀਂ ਸਰੀਰ ਹਾਂ ਆਤਮਾ ਦੇ ਨਾਲ। ਜਦੋਂ ਤੁਸੀਂ ਆਤਮਾ ਨੂੰ ਜ਼ੋਰ ਦਿਓਗੇ, ਸੋਲ ਨੂੰ ਜ਼ੋਰ ਦਿਓਗੇ, ਤੇ ਆਪਣੇ ਆਪ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਸ਼ੁਰੂ ਕਰੋਗੇ। ਸੋ ਇਹ ਪੁਆਇੰਟ ਹੈ ਸਭ ਤੋਂ ਕਿ ਮੁੱਢੋਂ ਪੁੱਠਾ ਲਾਏ। ਠੀਕ ਹੈ, ਜਦੋਂ ਸਾਡਾ ਮੁੱਢ ਹੀ ਗਲਤ ਹੈ, ਅਸੀਂ ਆਪਣੇ ਆਪ ਨੂੰ ਡਿਫਾਈਨ ਹੀ ਗਲਤ ਕੀਤਾ ਤੇ ਅਸੀਂ ਠੀਕ ਪਹੁੰਚ ਹੀ ਨਹੀਂ ਸਕਦੇ। ਰਾਈਟ, ਸੋ ਵੀ ਸਟਾਪ ਦਿਸ ਥਿੰਗ ਹੇਅਰ। ਜਿਹਨੂੰ ਕਿਸੇ ਨੂੰ ਬਹੁਤ ਇੰਟਰਸਟ ਹੋਵੇ ਉਹ ਆਪਣਾ ਗਰੁੱਪ ਬਣਾ ਲਓ, ਉਹਦੇ ਅਸੀਂ ਵੱਖਰੇ ਸਪਿਰਿਚੁਅਲ ਲੈਸਨਸ ਕਰ ਲਾਂਗੇ, ਪਰ these talks are not for everybody because they are line apart. Right now ਅੱਜ ਇੱਕ ਬੜੀ ਇੰਟਰਸਟਿੰਗ ਡਿਫਰੈਂਟ ਜੀ ਇੱਕ ਸਿਚੁਏਸ਼ਨ ਅੱਜ ਕੱਲ੍ਹ ਦੀ ਜ਼ਿੰਦਗੀ 'ਚ ਆਉਂਦੀ ਹੈ, ਵਿਚ ਇਜ਼ ਵੈਰੀ ਵੈਰੀ ਕਾਮਨ। someday डॉक्टर साहब asked me also कि मैं इस बारे भी बड़ा confused हाँ कि किस तरह होना चाहिए। then I read a lot on that subject, spiritually भी मैं पढ़िया, academically भी मैं पढ़िया, and then I really came to the right answers for that thing। क्योंकि ਜਦੋਂ ਤੁਹਾਨੂੰ ਕੋਈ ਸਵਾਲ ਪੁੱਛਦਾ ਤੇ ਉਹ ਵੀ ਤੁਹਾਡੇ ਲਈ ਇੱਕ ਚੈਲੰਜ ਹੁੰਦਾ ਹੈ ਕਿ ਤੁਸੀਂ ਉਹਦਾ ਸਹੀ ਜਵਾਬ ਕਿਸ ਤਰ੍ਹਾਂ ਲੱਭਦੇ ਹੋ। ਸੋ ਦਿਸ ਸਿਚੁਏਸ਼ਨ ਇਜ਼ ਅ ਮਾਡਰਨ ਵਰਲਡ ਸਿਚੁਏਸ਼ਨ and very beautifully explained by some motivational speaker. I read him and it was very nicely done and explained. ਪਹਿਲਾਂ ਤੇ it's a real life anecdote। ਉਹਦੇ 'ਚ ਕੀ ਹੈ ਕਿ ਇੱਕ ਜਿਸ ਤਰ੍ਹਾਂ ਸਾਡੇ ਸਪਿਰਿਚੁਅਲ ਲੀਡਰਸ ਹੁੰਦੇ ਆ, ਉਹਦੇ ਕੋਲ ਇੱਕ ਉਹਨਾਂ ਦਾ ਭਗਤ ਆਉਂਦਾ ਹੈ ਜਾਂ ਉਹਨਾਂ ਦਾ ਫਾਲੋਅਰਸ ਆਉਂਦਾ ਕਹਿ ਲਓ, ਐਂਡ ਹੀ ਕਮਸ ਐਂਡ ਹੀ ਸੇਜ਼ ਆ ਕੇ ਇੱਕਦਮ ਰੋਣ ਲੱਗ ਪੈਂਦਾ
ਤੇ ਜਿਹੜੇ ਲੀਡਰ ਹੁੰਦਾ ਹੈ ਜਾਂ ਜਿਹੜਾ ਕੋਚ ਹੁੰਦਾ ਹੈ ਉਹਨੂੰ ਪੁੱਛਦਾ ਹੈ ਕਿ ਵਾਟ ਇਜ਼ ਦਾ ਮੈਟਰ, ਤੇ ਹੀ ਸੇਜ਼ ਕਿ ਮਾਈ ਵਾਈਫ ਇਜ਼ ਚੀਟਿੰਗ ਔਨ ਮੀ, ਮੇਰੀ ਬੀਵੀ ਮੈਨੂੰ ਧੋਖਾ ਦੇ ਰਹੀ ਹੈ। ਕਹਿੰਦਾ ਮੈਂ ਬਾਈ ਚਾਂਸ, ਜਿਸ ਤਰ੍ਹਾਂ ਅੱਜ ਕੱਲ੍ਹ WhatsApp ਤੇ ਕਾਰਡਸ ਆਉਂਦੇ ਨੇ, ਵੈਡਿੰਗ ਕਾਰਡਸ ਆਉਂਦੇ ਨੇ, ਹੀ ਸੈਡ ਆਈ ਜਸਟ ਵਾਂਟਡ ਟੂ find some information about some wedding, ਔਰ ਮੈਂ ਉਹਦਾ ਸਸਪੀਸ਼ੀਅਸ ਵੇ ਨਾਲ ਨਹੀਂ ਕਾਰਡ ਖੋਲ ਉਹਦਾ ਮੋਬਾਈਲ ਟੱਚ ਕੀਤਾ ਕਿ ਮੈਂ ਉਹਦਾ ਚੈੱਕ ਕਰਨਾ ਸੀ। ਆਈ ਜਸਟ ਨੀਡਡ ਸਮ ਇਨਫੋਰਮੇਸ਼ਨ ਐਂਡ ਆਈ ਥੋਟ ਕਿ ਇਹਨੂੰ ਵੀ ਕਾਰਡ ਈ ਕਾਰਡ ਆਇਆ ਹੋਏਗਾ, ਐਂਡ ਆਈ ਓਪਨਡ ਇਟ, ਐਂਡ ਵਾਈਲ ਆਈ ਵਾਜ਼ ਓਪਨਿੰਗ ਇਟ ਦੇयर ਵਾਜ਼ ਸਮ ਟੈਕਸਟ ਮੈਸੇਜ ਜਿਹੜਾ ਉਸੇ ਵਕਤ ਬਲਿੰਕ ਹੋਇਆ, and that text message was in the form of emojis ਹੁੰਦੀਆਂ ਨਾ ਅੱਜ ਜਿਵੇਂ smileys and all that, and that was a emoji which was not appropriate for the married woman. ਤੇ when I saw it I felt very upset, and ਜਦੋਂ ਮੈਂ ਫਿਰ ਉਹਨੂੰ I got suspicious and I opened it, and I read all the messages, and when I read all the messages I really got hurt, and from that messages I could really sense that my wife is cheating on me. Now I have no clue what to do, how to do, and ਤੁਸੀਂ ਮੈਨੂੰ ਦੱਸੋ ਕਿ ਮੈਂ ਕੀ ਕਰਾਂ। ਹੁਣ ਕਿਸੇ ਵੀ ਬੰਦੇ ਨੂੰ ਕੋਈ ਪੁੱਛੇ ਨਾ, ਇਹ ਸਭ ਤੋਂ ਔਖਾ ਸਵਾਲ ਹੁੰਦਾ ਹੈ। ਜੇ ਕੋਈ ਕੁਛ ਤੁਸੀਂ ਮੈਨੂੰ ਪੁੱਛੋ ਕਿ ਹੁਣ ਮੈਨੂੰ ਦੱਸੋ ਮੈਂ ਇਹ ਸਿਚੁਏਸ਼ਨ 'ਚ ਕੀ ਕਰਾਂ, ਠੀਕ ਹੈ, ਕਿਉਂਕਿ ਹਰ ਬੰਦੇ ਨੇ ਆਪਣੇ ਮਿਜਾਜ ਦੇ ਹਿਸਾਬ ਨਾਲ ਉਹਦਾ ਜਵਾਬ ਦੇਣਾ, ਠੀਕ ਹੈ, ਆਪਣੀ ਪਰਸਨੈਲਿਟੀ ਦੇ ਹਿਸਾਬ ਨਾਲ ਉਹਦਾ ਜਵਾਬ ਦੇਣਾ। ਹੋ ਸਕਦਾ ਉਹਦੇ ਜਵਾਬ ਤੁਹਾਡੀ ਪਰਸਨੈਲਿਟੀ ਨੂੰ ਸੈੱਟ ਨਾ ਬੈਠਦਾ ਹੋਵੇ, ਰਾਈਟ। ਸੋ ਪਹਿਲੀ ਤੇ ਇੱਕ ਇਹ ਸਿਚੁਏਸ਼ਨ ਹੁੰਦੀ ਹੈ। then that person started crying, and ਉਹ ਕੋਚ ਕਹਿੰਦਾ ਹੈ ਕਿ ਉਹਨਾਂ ਦੀ ਮੈਰਿਜ ਦੇ ਵਿੱਚ ਜਿਹੜੀ ਇੰਨੇ ਸਾਲ ਪਹਿਲਾਂ ਹੋਈ ਸੀ, I was a guest to their marriage, and they were very happily married, beautiful couple, and ਉਹਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਮੇਰੇ ਨਾਲ ਹੋ ਸਕਦਾ। he said ਕਿ ਚਾਹ ਪੀ, ਆਰਾਮ ਨਾਲ ਰਿਲੈਕਸ ਕਰ, ਇਹ ਜਿਹੜਾ ਤੂੰ ਸਵਾਲ ਮੈਨੂੰ ਪੁੱਛਿਆ ਮੈਨੂੰ ਵੀ ਇਹਦਾ ਸੋਚ ਕੇ ਜਵਾਬ ਦੇਣ ਦੇ, and you go now and let me think and I will call you. The coach says that I called his wife and I told him that this is how your husband has come to know that you are having a fling with somebody, and he's very hurt and he's very upset. ਤੂੰ ਮੇਰੇ ਕੋਲ ਗੀਤਾ ਪਈ ਹੈ, ਤੂੰ ਮੈਨੂੰ ਗੀਤਾ ਤੇ ਹੱਥ ਰੱਖ ਕੇ ਓਨੈਸਟਲੀ ਜਵਾਬ ਦੇ ਦੇ ਜੋ ਮੈਂ ਤੈਨੂੰ ਪੁੱਛਾਂਗਾ, ਔਰ ਇਸ ਗੱਲ 'ਚ ਕਦੀ ਵੀ ਨਾ ਪਈ ਕਿ ਮੈਂ ਇਹ ਗੱਲ ਅੱਗੇ ਕਿਸੇ ਨੂੰ ਦੱਸਾਂਗਾ, ਜਸਟ ਫॉर द ट्रू थिंग आई वांट एन आंसर, ठीक है। ਇਸ ਤੋਂ ਪਹਿਲਾਂ ਜਦੋਂ ਦੂਸਰਾ ਬੰਦਾ ਜਾਣ ਲੱਗਦਾ ਹੈ, ਉਹ ਕੋਚ ਨੂੰ ਕਹਿ ਕੇ ਜਾਂਦਾ ਹੈ ਗੱਲ ਕਿ ਮੈਂ ਆਪਣੀ ਬੀਵੀ ਨੂੰ ਛੱਡ ਦੇਣਾ, ਠੀਕ ਹੈ, ਕਹਿ ਕੇ ਜਾਂਦਾ ਹੈ, ਤੇ ਕੋਚ ਉਹਨੂੰ ਕਹਿੰਦਾ ਹੈ ਕਿ ਤੂੰ ਬੇਸ਼ੱਕ ਦੀ ਛੱਡ ਦੇ ਉਹਨੂੰ, ਮੈਂ ਤੈਨੂੰ ਇਹ ਨਹੀਂ ਕਹਿੰਦਾ, ਦਿਸ ਇਜ਼ ਯੋਰ ਡਿਸੀਜਨ ਕਿ ਤੂੰ ਉਹਨੂੰ ਛੱਡ ਜਾਂ ਰੱਖ, ਪਰ ਜੋ ਵੀ ਤੂੰ ਫੈਸਲਾ ਲੈਣਾ ਹੈ ਉਹ ਤੂੰ ਲਾਈਟ ਦੇ ਵਿੱਚ ਲੈਣਾ, ਚਾਨਣ ਦੇ ਵਿੱਚ ਲੈਣਾ, ਅੰਧੇਰੇ 'ਚ ਨਹੀਂ ਲੈਣਾ। ਕੱਲ ਨੂੰ ਇਹ ਨਾ ਹੋਵੇ ਕਿ ਤੈਨੂੰ ਕੋਈ ਗੱਲ ਕਿਤੋਂ ਹੋਰੋਂ ਪਤਾ ਲੱਗੇ ਤੇ ਤੈਨੂੰ ਲੱਗੇ ਕਿ ਇਹ ਤੇ ਗੱਲ ਇਸ ਤਰ੍ਹਾਂ ਨਹੀਂ ਸੀ, ਇਸ ਤਰ੍ਹਾਂ ਸੀ, ਤੇ ਮੈਂ ਕੀ ਕਰ ਬੈਠਾ। ਸੋ that is one point we need to understand, ਠੀਕ ਹੈ, ਕਿ ਕੋਈ ਵੀ ਜਿਹੜਾ ਡਿਸੀਜਨ ਲੈਣਾ ਹੈ ਉਹ ਲਾਈਟ ਆਫ ਵਿਜ਼ਡਮ 'ਚ ਲੈਣਾ ਹੈ, ਭਾਵੇਂ ਤੁਸੀਂ ਬ੍ਰੇਕਅਪ ਕਰੋ ਤੇ ਭਾਵੇਂ ਤੁਸੀਂ ਸੁਲਹ ਸਫਾਈ ਕਰੋ, ਉਹ ਤੁਹਾਡੀ ਪਰਸਨਲ ਚੋਇਸ ਹੈ, ਉਹਦੇ 'ਚ ਕੋਈ ਤੁਹਾਨੂੰ ਜ਼ਬਰਦਸਤੀ ਨਹੀਂ ਹੈ, ਪਰ ਜੋ ਵੀ ਫੈਸਲਾ ਲੈਣਾ ਹੈ ਉਹ ਸਿਆਣਪ ਨਾਲ ਸੋਚ ਸਮਝ ਕੇ ਪੂਰੇ ਸਰਕਮਸਟੈਂਸਿਸ ਨੂੰ ਅੰਡਰ ਦਾ ਲਾਈਟ ਰੱਖ ਕੇ ਲੈਣਾ ਹੈ। ਨਾਓ ਵੈਨ ਹੀ calls his wife and she also starts crying, and she says that coach asks him ਕਿ ਤੁਸੀਂ ਇਸ ਬੰਦੇ ਨੂੰ
ਕਦੀ ਕੱਲਿਆਂ ਮਿਲਿਓ ਐਂਡ ਇਮੈਜਿਨ that person who is his wife's friend, ਉਹ ਇੱਕ spiritual community ਦਾ leader ਹੁੰਦਾ, ਠੀਕ ਹੈ। So second point here is कि you cannot trust anybody कि ਜੇ ਕੋਈ ਬੰਦਾ spiritual ਹੈ ਜਾਂ ਭਗਤ ਹੈ ਜਾਂ ਕੋਈ ਹੈ, so does not mean ਕਿ ਤੁਸੀਂ ਕਿਸੇ ਵੀ ਬੰਦੇ ਨੂੰ ਜਾਂ ਕਿਸੇ ਵੀ human being ਨੂੰ ਅੱਖਾਂ ਬੰਦ ਕਰਕੇ trust ਕਰ ਸਕਦੇ ਹੋ, ਠੀਕ ਹੈ। You should always keep your eyes, ear, nose, skin open. Your senses should always be open, right? The wife says कि मैं उस बंदे ਨੂੰ 2 ਵਾਰੀ publicly ਮਿਲੀ ਹਾਂ, ਉਹਨੂੰ ਮੈਂ ਕਦੀ ਵੀ personally ਕੱਲਿਆਂ ਨਹੀਂ ਮਿਲੀ। So from that point that thing came clear that there was no physical interaction between the two people, and she says कि मेरे को गलती हो गई because it was my weak moment. It was my weak moment. But she says that I have never met him personally. कल्याण में उन्होंने नहीं मिली. Now, the next day, the coach now calls the man. Now he tells him कि तेरी wife ਜਿਹੜੀ ਹੈ ਉਹਨੂੰ publicly ਮਿਲੀ ਹੈ, ਉਹਨੂੰ ਕਦੀ ਵੀ ਕੱਲਿਆਂ ਨਹੀਂ ਮਿਲੀ, so there is no physical interaction now, and she is very repentive of this thing, and she says that it was one of her weakest moment, ਇਹ ਉਹਦੀ ਗਲਤੀ ਹੈ, and she admits it, ਠੀਕ ਹੈ। Now you are to decide ਕਿ ਤੂੰ ਅੱਗੇ ਕੀ ਕਰਨਾ ਹੈ, right? Then the man says ਕਿ ਮੈਂ ਉਹਦੇ ਤੇ ਕਿਸ ਤਰ੍ਹਾਂ ਇਤਬਾਰ ਦੁਬਾਰਾ ਕਰ ਸਕਦਾ ਹੈ, ਘਰ ਦੀ ਇੱਕ ਇੱਟ ਟੁੱਟ ਜਾਂਦੀ ਹੈ, ਘਰ ਟੁੱਟ ਜਾਂਦਾ ਹੈ, ਘਰ ਰਿਪੇਅਰ ਹੋ ਸਕਦਾ, ਪਰ ਇੱਕ ਵਾਰੀ ਜਿਹੜਾ ਵਿਸ਼ਵਾਸ ਟੁੱਟਿਆ ਹੁੰਦਾ ਹੈ ਉਹ ਕਦੀ ਵੀ ਦੁਬਾਰਾ ਰਿਪੇਅਰ ਨਹੀਂ ਹੁੰਦਾ। ਟਰਸਟ ਜਿਹੜਾ ਉਹ ਦੁਬਾਰਾ ਰਿਪੇਅਰ ਨਹੀਂ ਹੁੰਦਾ। ਮੈਂ ਕਿਸ ਤਰ੍ਹਾਂ ਉਹਨੂੰ ਵਿਸ਼ਵਾਸ ਕਰ ਲਾਂ? ਜਿਹੜਾ ਬੰਦਾ ਇੱਕ ਵਾਰੀ ਗਲਤੀ ਕਰ ਗਿਆ, ਉਹ ਹੋ ਸਕਦਾ ਦੁਬਾਰਾ ਉਹਦੀ ਲਾਈਫ ਦੇ ਵਿੱਚ ਵੀਕ ਮੂਮੈਂਟ ਆਏ, ਉਹ ਦੁਬਾਰਾ ਗਲਤੀ ਕਰ ਜਾਏ। ਦੈਨ the coach says, he says, now you answer me 2 things. Do you still love him? He says, yes, I do love him, and she is the bestest mother to my 17-year-old son. ਉਹਨਾਂ ਦਾ ਬੱਚਾ 17 ਸਾਲ ਦਾ ਹੁੰਦਾ ਹੈ। He said, she's an amazing mother, but I do not know that I can trust her or not. ਮੈਨੂੰ ਇਹਦੇ ਬਾਰੇ ਬਿਲਕੁਲ ਨਹੀਂ ਮੈਨੂੰ ਸਮਝ ਆ ਰਹੀ ਕਿ ਮੈਨੂੰ ਉਹਦੇ ਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ। Then coach tells him 2-3 things. One thing he tells is ਕਿ ਗਲਤੀ ਸਾਡੇ ਸਾਰਿਆਂ ਕੋਲੋਂ ਹੁੰਦੀ ਹੈ, ਠੀਕ ਹੈ। ਔਰ ਕੋਈ ਜ਼ਿੰਦਗੀ ਦੇ ਵਿੱਚ ਜਿਹੜਾ ਇਨਸਾਨ ਗਲਤੀ ਕਰ ਜਾਂਦਾ ਹੈ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਬੁਰਾ ਹੁੰਦਾ ਹੈ, ਠੀਕ ਹੈ। ਪਹਿਲਾਂ ਤੇ ਗੱਲ ਇਹ ਸਮਝਣ ਵਾਲੀ ਹੈ ਕਿ ਗਲਤੀ ਸਾਡੇ ਸਾਰਿਆਂ ਕੋਲੋਂ ਹੁੰਦੀ ਹੈ, ਤੇ ਜਿਹੜਾ ਇਨਸਾਨ, ਅਸੀਂ ਸਾਰੇ ਕਦੀ ਨਾ ਕਦੀ ਕੋਈ ਗਲਤੀ ਕਰ ਜਾਂਦੇ ਹਾਂ, ਤੇ ਜਦੋਂ ਗਲਤੀ ਕਰ ਜਾਂਦੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਬੁਰੇ ਹਾਂ। ਵੀ ਕੈਨ ਨਾਟ ਬੀ ਐਂਡ ਵੀ ਸ਼ੁੱਡ ਨਾਟ ਬੀ ਲੇਬਲਡ ਐਜ਼ ਬੈਡ ਪਰਸਨ, ਠੀਕ ਹੈ। ਕਹਿੰਦੇ ਜਿੰਨਾ ਮਰਜੀ ਰਸਤਾ ਸਾਫ਼ ਹੋਵੇ, ਧੂੜ ਤੇ ਉੱਡਦੀ ਹੋਈ ਉੱਡਦੀ ਹੈ, ਠੀਕ ਹੈ। ਤੇ ਇਸੇ ਤਰ੍ਹਾਂ ਜਿੰਨਾ ਮਰਜੀ ਕੋਈ ਬੰਦਾ ਚੰਗਾ ਹੋਵੇ, ਗਲਤੀ ਹੁੰਦੀ ਹੋਈ ਹੁੰਦੀ ਹੈ, ਰਾਈਟ। ਸੈਕੰਡਲੀ, ਵੀਕ ਮੂਮੈਂਟਸ ਜਿਹੜੀਆਂ ਹੁੰਦੀਆਂ ਨਾ, ਉਹ ਸਾਡੀਆਂ ਫਲੈਸ਼ ਦੀਆਂ ਹੁੰਦੀਆਂ, ਜਿਵੇਂ ਮੈਂ ਹੁਣ ਤੁਹਾਨੂੰ ਕਿਹਾ ਬੋਡੀ, ਠੀਕ ਹੈ। ਕਿਉਂਕਿ ਅਸੀਂ ਆਪਣੇ ਆਪ ਨੂੰ ਬੋਡੀ ਮੰਨਦੇ ਹਾਂ ਨਾ, ਇਸ ਕਰਕੇ ਇਹ ਜਿਹੜੀਆਂ ਵੀਕ ਮੂਮੈਂਟਸ ਹੁੰਦੀਆਂ ਉਹ ਬੋਡੀ ਦੀਆਂ ਹੁੰਦੀਆਂ। ਜੇ ਤੁਹਾਡੀ ਸਪਿਰਿਟ ਸਟਰੋਂਗ ਹੈ, ਸਪਿਰਿਟ ਸਟਰੋਂਗ ਕਿਵੇਂ ਹੁੰਦੀ ਹੈ? ਜੇ ਸਾਨੂੰ ਸੰਸਕਾਰ ਚੰਗੇ ਸਹੀ ਮਿਲੇ ਹੋਣ ਬਚਪਨ ਤੋਂ, ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਮਨ ਦੇ ਵਿੱਚ ਗਲਤ ਵਿਚਾਰ ਆ ਰਹੇ ਨੇ, ਤੁਹਾਡੀ ਬੋਡੀ ਕੁਝ ਵਾਂਟ ਕਰਦੀ ਹੈ ਗਲਤ, ਪਰ ਤੁਹਾਡੀ ਆਤਮਾ ਤੁਹਾਨੂੰ ਹਮੇਸ਼ਾ ਉਸ ਗਲਤ ਕਰਨ ਤੋਂ ਰੋਕੇਗੀ। ਤੁਸੀਂ ਚਾਹ ਕੇ ਵੀ ਉਹ ਗਲਤੀ ਨਹੀਂ ਕਰੋਗੇ, ਰਾਈਟ, ਠੀਕ ਹੈ। ਸੋ ਵੀਕ ਮੂਮੈਂਟਸ ਕੈਨ ਬੀ ਦੇਅਰ with all of us, but if our soul is strong, so it prevents us from committing the real mistakes, ਜਿੱਥੋਂ ਕਿ ਸਾਡੀ
ਵਾਪਸੀ ਹੋਣੀ ਮੁਸ਼ਕਲ ਹੁੰਦੀ ਹੈ। ਸੋ ਇਹਨਾਂ ਗੱਲਾਂ ਦਾ ਹਮੇਸ਼ਾ ਆਪਣੀ ਲਾਈਫ ਦੇ ਵਿੱਚ ਧਿਆਨ ਰੱਖਣਾ ਹੈ। ਵਨ ਇਜ਼ ਦੈਟ ਅਸੀਂ ਸਾਰੇ ਹੀ ਗਲਤੀਆਂ ਕਰ ਸਕਦੇ ਹਾਂ। ਦੂਸਰਾ, ਵੀਕ ਮੂਮੈਂਟਸ ਹਰ ਕਿਸੇ ਦੀ ਲਾਈਫ 'ਚ ਹੁੰਦੀਆਂ, ਬਟ that does not make us bad. Third thing is ਸਾਨੂੰ ਉਸ ਵੀਕ ਮੂਮੈਂਟਸ ਤੋਂ ਬਚਾਉਣ ਵਾਲੀ ਕਿਹੜੀ ਚੀਜ਼ ਹੈ? ਉਹ ਸਾਡੀ ਆਤਮਾ ਹੈ, ਠੀਕ ਹੈ। ਔਰ ਇਸ ਕਰਕੇ ਸਾਨੂੰ ਆਪਣੀ ਸਪਿਰਿਟ ਨੂੰ ਜਾਂ ਸੋਲ ਨੂੰ ਹਮੇਸ਼ਾ ਸਹੀ ਸੰਸਕਾਰ ਦੇ ਕੇ, ਸਹੀ ਦਿਸ਼ਾ ਦੇ ਕੇ ਹਮੇਸ਼ਾ ਸਟਰੋਂਗ ਬਣਾਉਣਾ ਹੈ। ਜਿਸ ਤਰ੍ਹਾਂ ਅਸੀਂ ਡੀ ਐਡਿਕਸ਼ਨ ਪ੍ਰੋਗਰਾਮ 'ਚ ਵੀ ਕਹਿੰਦੇ ਹਾਂ ਕਿ ਬਾਰ-ਬਾਰ ਤੁਹਾਡਾ ਦਿਲ ਕਰੇਗਾ ਉਸ ਪਾਸੇ ਜਾਣ 'ਤੇ, ਪਰ ਜੇ ਅਸੀਂ ਆਪਣੀ ਆਤਮਾ ਨੂੰ, ਸੋਲ ਨੂੰ ਇੰਨਾ ਸਟਰੋਂਗ ਕੀਤਾ ਹੋਏਗਾ ਕਿ ਇਹ ਕੰਮ ਗਲਤ ਹੈ, ਨਹੀਂ ਕਰਨਾ, ਤਾਂ ਉਹ ਤੁਹਾਨੂੰ ਰੋਕੇਗੀ। ਦੇਰ ਇਜ਼ ਆਲਵੇਜ਼ ਇਨਰ ਵੌਇਸ pointing at you not to do the wrong work. So the person says कि मैनू time चाहिए। He said, okay, take your time. Whether you break up or whether you make up, it is your personal decision. But the decision should be taken under light of wisdom. So my point is, ਅੰਡਰ ਲਾਈਟ ਆਫ ਵਿਜ਼ਡਮ, ਕਿ ਉਹ ਡਿਸੀਜਨ ਜਿਹੜਾ ਵੈ ਹਨੇਰੇ 'ਚ ਨਹੀਂ ਲੈਣਾ ਬਿਲਕੁਲ ਵੀ। ਪੂਰੀ ਗੱਲ ਨੂੰ ਸਮਝ ਕੇ, ਪੂਰੀ ਇਨਵੈਸਟੀਗੇਸ਼ਨ ਕਰਕੇ, ਪੂਰਾ ਸਭ ਕੁਝ ਸਮਝ ਕੇ ਲਾਈਟ ਦੇ ਅੰਡਰ, ਇਹ ਨਹੀਂ ਕਿ ਹਨੇਰੇ 'ਚ ਕਿ ਅੱਧੀ ਗੱਲ ਪਤਾ ਲੱਗੀ ਤੇ ਅੱਧੀ ਨਹੀਂ ਵੀ ਪਤਾ ਲੱਗੀ ਤੇ ਡਿਸੀਜਨ ਲੈ ਕੇ ਤਾੜ ਫਾੜ ਕਰ ਦਿੱਤੀ। ਨੋ, ਡਿਸੀਜਨ ਮੇਕਿੰਗ ਤੋਂ ਪਹਿਲਾਂ ਆਪਣੀ ਦਿਮਾਗ ਦੀ ਬੱਤੀ ਜਗਾਣੀ ਹੈ, ਉਹਦੀ ਲਾਈਟ ਦੇ ਥੱਲੇ ਡਿਸੀਜਨ ਲੈਣਾ ਹੈ। ਐਂਡ ਦਾ ਕੋਚ ਸੇਜ਼, ਨਾਓ ਆਫਟਰ ਸੋ ਮੈਨੀ ਈਅਰਸ ਆਈ saw them the most beautiful happy married couple. ठीक है, the man must have taken the decision to make up. The point is not that ਕਿ ਤੁਸੀਂ ਕਿਸੇ ਨੂੰ ਮਾਫ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ, ਇਹ ਤੁਹਾਡੇ ਪਰਸਨਲ ਡਿਸੀਜਨਸ ਹੈ। ਇਹਦੇ 'ਚ ਮੈਂ ਕੁਛ ਨਹੀਂ ਕਹਿ ਰਹੀ ਬਿਲਕੁਲ ਵੀ। ਮਾਈ ਪੁਆਇੰਟ ਔਰ ਮਾਈ ਏਜੰਡਾ ਇਜ਼ ਦਿਸ ਕਿ ਜਦੋਂ ਵੀ ਕਦੀ ਜ਼ਿੰਦਗੀ 'ਚ ਕੋਈ ਸਿਚੁਏਸ਼ਨ ਆਉਂਦੀ ਹੈ ਤੇ ਜਦੋਂ ਫੈਸਲਾ ਕਰਦੇ ਹੋ ਤੇ ਪੂਰੇ ਆਪਣੀ ਦਿਮਾਗ ਦੀ ਬੱਤੀ ਜਗਾ ਕੇ, ਗੁੱਸੇ 'ਚ ਫੈਸਲਾ ਨਹੀਂ ਕਰਨਾ, ਕਾਹਲੀ 'ਚ ਫੈਸਲਾ ਨਹੀਂ ਕਰਨਾ, ਪੂਰੇ ਸਰਕਮਸਟਾਂਸਿਸ ਨੂੰ ਧਿਆਨ ਨਾਲ ਦੇਖ ਕੇ, ਸੋਚ ਕੇ ਕਰਨਾ ਹੈ। ਹੁਣ ਪਰਸਨੈਲਿਟੀ ਕਿੱਥੇ ਆਉਂਦੀ ਹੈ? ਆਈ ਟੈਲ ਯੂ, there are certain things you can cope up, there are certain things I cannot cope up with. You know, ਮੇਰੀ ਲਾਈਫ 'ਚ ਇੱਕ ਦੋ ਬਹੁਤ ਵੱਡੇ ਵੱਡੇ ਬਵਾਲ ਹੋਏ ਸੀਗੇ, ਰਾਈਟ। ਉਹ ਬਵਾਲ ਬੜੇ ਵੱਡੇ ਹੋਏ ਸੀ। ਉਸ ਤੋਂ ਬਾਅਦ ਇੱਕ ਤਰ੍ਹਾਂ ਦੀ ਕੋਈ ਜੰਗ ਜੀ, ਜਿਹਨੂੰ ਕਹਿੰਦੇ ਲੜਾਈ ਜੀ ਛਿੜ ਸੀ। ਹੁਣ ਜਦੋਂ ਤੁਸੀਂ ਬਵਾਲ ਹੋ, ਆਪਣੇ ਆਪ ਜਾਂਦੇ ਹੈ, ਪਰ ਉਹਨਾਂ ਨੂੰ ਸਾਂਭਣਾ ਤੇ ਪੈਂਦਾ ਨਾ। ਉਸ ਤੋਂ ਬਾਅਦ ਮੈਨੂੰ ਕਿਸੇ ਨੇ ਇੱਕ ਗੱਲ ਪੁੱਛੀ ਸੀ, ਜਿਹੜਾ ਬੰਦਾ ਫੈਸਲਾ ਕਰਾਉਣ ਆਇਆ ਸੀ, ਉਹਨੇ ਮੈਨੂੰ ਇਹ ਗੱਲ ਪੁੱਛੀ ਸੀ that you want to fight further or you want ਕਿ ਇੱਜ਼ਤ ਵੀ ਰਹਿ ਜਾਏ ਐਮੀਕੇਬਲੀ ਤੇ ਗੱਲ ਵੀ ਖਤਮ ਹੋ ਜਾਏ, ਠੀਕ ਹੈ। ਐਂਡ ਆਈ ਨੋ ਮਾਈ ਸੈਲਫ, ਮੇਰੀ ਲੜਾਈਆਂ ਕਰਨ ਵਾਲੀ, ਨੋਟ ਫਾਈਟਿੰਗ ਦਾ ਮਤਲਬ ਇਹ ਨਹੀਂ ਹੈ ਕਿ ਸਟਰੈਂਥ ਵਾਲੀ ਫਾਈਟ ਨਹੀਂ, ਜਿਹੜੀਆਂ ਗੰਦੀਆਂ ਵਾਲੀਆਂ ਲੜਾਈਆਂ ਹੁੰਦੀਆਂ, ਜਿਹੜੀਆਂ ਅਸੀਂ ਆਮ ਗਲਤ ਲੜਾਈਆਂ ਕਰਦੇ ਹਾਂ। I am not of that time ਕਿ ਜਿਹੜੀ ਮੈਂ ਲੋਕਾਂ ਨਾਲ ਲੜ ਸਕਾਂ ਜਾਂ ਗੱਲਾਂ ਕਰ ਸਕਾਂ ਜਾਂ ਜਵਾਬ ਦੇ ਸਕਾਂ। So I said, I cannot. That is not my personality. And the person told me one thing ਜਿਹੜੀ ਅੱਜ ਤੱਕ ਮੈਂ ਕਦੀ ਵੀ, ਮੈਨੂੰ ਕੋਈ ਉਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਤੇ ਉਹ ਚੀਜ਼ ਮੈਨੂੰ ਇੱਕਦਮ ਡਿਸੀਜਨ ਕਰ ਦਿੰਦੀ ਹੈ। ਉਹ ਕਹਿੰਦੇ, ਜਦੋਂ ਤੁਹਾਡੇ ਅੰਦਰ ਉਹ ਲੜਾਈ ਕਰਨ ਦੀ ਸਪਿਰਿਟ ਨਹੀਂ ਹੈ ਤੇ ਫਿਰ ਤੁਹਾਡੇ ਨਾਲ ਪ੍ਰਾਈਮ ਮਿਨਿਸਟਰ ਵੀ ਆ ਕੇ ਖੜਾ ਹੋ ਜਾਏ ਨਾ, ਤੇ ਤੁਸੀਂ ਹਾਰੇ ਹੀ ਹਾਰੇ ਹੋ। ਕਿਉਂਕਿ ਤੁਹਾਡੀ ਆਪਣੀ ਜਿਹੜੀ ਸੋਲ ਹੈ ਨਾ, ਉਹੀ ਨਹੀਂ ਲੜ ਸਕਦੀ, ਤੇ ਤੁਹਾਨੂੰ ਕੌਣ ਜਿਤਾਏਗਾ? ਜਦੋਂ ਮੈਂ ਹੀ ਨਹੀਂ ਲੜ ਸਕਦੀ ਤੇ ਮੇਰੇ ਨਾਲ ਪ੍ਰਾਈਮ ਮਿਨਿਸਟਰ ਕੀ ਸਾਰੀ ਆਰਮੀ ਇੰਡੀਆ ਦੀ ਨਾਲ ਲੱਗ ਜਾਏ, ਮੈਨੂੰ ਕੋਈ ਜਿਤਾ ਹੀ ਨਹੀਂ ਸਕਦਾ, ਕਿਉਂਕਿ ਮੈਂ ਆਪੇ ਹੀ ਹਾਰੀ ਹੋਈ ਹਾਂ, ਮੈਂ ਲੜਨਾ ਹੀ ਨਹੀਂ ਚਾਹੁੰਦੀ, ਠੀਕ ਹੈ। ਸੋ ਹੋ ਸਕਦਾ ਹੈ ਜਿਹੜੀ ਚੀਜ਼ ਮੇਰੀ ਪਰਸਨੈਲਿਟੀ ਨੂੰ ਸੂਟ ਨਹੀਂ ਕਰਦੀ, ਉਹ ਜ਼ਰੂਰੀ ਨਹੀਂ ਕਿ ਤੁਹਾਡੀ ਪਰਸਨੈਲਿਟੀ ਨੂੰ ਵੀ ਸੂਟ ਨਾ ਕਰੇ। ਇਨ ਦਿਸ ਸਟੋਰੀ ਦ ਮੈਨ ਹੈਜ਼ ਡਿਸਾਈਡਿਡ ਟੂ ਮੇਕ ਅਪ ਵਿਦ ਦ ਵੂਮਨ। ਮੇ ਬੀ ਤੁਹਾਡੀ ਲਾਈਫ ਦੇ ਵਿੱਚ you might not be a personality who can patch up with the woman. So that is totally understandable.
totally respectable. The point is this only: whenever you take decisions under the light of wisdom, keeping everything in mind so that tomorrow you should not regret or repent over your decisions. So that is it. Thank you so much. Beautiful. Beautiful.